श्री गुरु नानक पद पंकज बंदन पद पंकज बंदना सिमरो अंगद दुख निकंदन दुख निकंदन अमरदास गुर हृदय हृदय श्री गुरु रामदास गुण गावो श्री गुरु रामदास गुण गावो गुरु अर्जन विघ्नन के नाश विघ्नन के नाशक गुरु हर गोबिंद शोभ मत पर शोभ मत पर गुरु हर राय नमो कर जोरी नमो कर जो गुरु हर कृष्ण मनाए बहोरी मनाए बहोरी तेग बहादुर परम कृपाला परम कृपाला गुरु गोबिंद सिंह गुरु गोबिंद सिंह तरों तरा पुर पुन पुन सीसा पुन पुन सीसा बंदों बार बार जगदीसा बंदों बार बार जगदीसा। श्री गुरु ग्रंथ साहिब महाराज जी दी पावन पवित्र हजूरी अंदर जुड़ बैठी गुरु प्यारी गुरु सवारी साध संगत जी, आप जी शाम की संगत दे विच जो श्री गुरु अमरदास महाराज जी दे पावन जीवन की कथा चल रही है उस नूं श्रवण करन दे लई जुड़ बैठे हो। कल तई आपां ये श्रवण कीता सी गुरु महाराज जी दे कोल सिख प्रश्न लैके आए ने, कहंदे साहिब जी जदों तुसीं इस दुनिया तो परलोक गमन करोगे अपने थां ते गुरता गद्दी किस नूं दवोगे? क्योंकि कुछ सिख ये मानते ने गद्दी भाई रामा जी नूं मिलेगी, कुछ ये मानते ने भाई जैठा जी नूं मिलेगी। पर तुसी साडा शंका निर्विरत करो, सानू दसना करो, शंके दी दुनिया चों बाहर कढो। और ये क्योंकि दुविधा जिहड़ी अपने आप च ही बड़ा वड्डा रोग हुंदी है, ये दुविधा तो असीं बाहर जाना चाहुंदे हां। गुरु महाराज साहिब जी सिखां नूं कहंदे ने असीं एक कसवट्टी लावांगे, जिस दे अंदर प्रेम होएगा वो ते गुरु दयाल हुंदा है। प्रेम की कसवट्टी लगेगी, जो पार निकल जाएगा गुरता गद्दी ते ओही बैठणगे। फिर महाराज जी ने दोवां नूं भाई रामा जी नूं ते भाई जेठा जी गुरु रामदास जी नूं ये आदेश दिता है, दो थड़े बनवाओ। महाराज जी ने आप दस दिता थड़े कैसे बनाने ने। हुण जिवें अगे कथा चलदी है वो थड़े बनाउंदे ने। आओ प्रेम सत्कार नाल श्रवण करिए। आरंभ करन तो पहला गुरु जी वालों बख्शे हुए गुरमंत्र नाल सांझ पाइए। सतनाम श्री वाहिगुरु साहिब जी, सतनाम श्री वाहिगुरु साहिब जी। दिन सगरे मैं कार कराए, संध्या भई गुरु तब आए। सारा दिन लंघ गया, भाई रामा जी ਅਤੇ ਭਾਈ ਜੇਠਾ जी सुंदर थड़े बनाउण दे विच लगे हुए हन।
ਕਰੀ ਜੋ ਰਾਮੇ ਪੂਰਬ ਹੇਰੀ, ਪਰਖਣ ਹਿਤ ਬੋਲੇ ਤਿਸ ਬੇਰੀ। ਜਿਹੜਾ ਵੀ ਥੜਾ ਭਾਈ ਰਾਮਾ ਜੀ ਨੇ ਬਣਾਇਆ ਹੋਇਆ ਸੀ, ਗੁਰੂ ਜੀ ਉਹਨਾਂ ਨੂੰ ਪਰਖਣ ਦੇ ਲਈ ਹੁਣ ਬਚਨ ਕਹਿੰਦੇ ਹਨ। ਇਹ ਤੋ ਨੀਕੀ ਨਹੀਂ ਬਣਾਈ, ਬੈਠਣ ਹੇਤ ਨਾ ਆਮ ਕਹੋ ਭਾਈ। ਮਹਾਰਾਜ ਕਹਿੰਦੇ ਇਹ ਚੰਗਾ ਨਹੀਂ ਬਣਿਆ ਭਾਈ, ਬਣਾਇਆ ਤੇ ਤੂੰ ਹੈ, ਇਹ ਚੰਗਾ ਨਹੀਂ ਹੈ, ਇੱਥੇ ਬੈਠ ਕੇ ਸਾਨੂੰ ਅੱਛਾ ਨਹੀਂ ਲੱਗੇਗਾ। ਕਰਿਓ ਖੇਦ ਸਪ ਨਿਸਫਲ ਗਇਓ, ਟੇਢੀ ਕੰਧ ਉਸਾਰਤ ਭਇਓ। ਜੋ ਵੀ ਤੂੰ ਕਾਰ ਕੀਤੀ ਹੈ, ਇਹ ਥੜੇ ਬਣਾਉਣ ਦੇ ਵਿੱਚ ਜਿੰਨੀ ਮਿਹਨਤ ਕੀਤੀ, ਭਾਈ ਰਾਮਾ ਬੇਕਾਰ ਚਲੀ ਗਈ। ਕਿਉਂ? ਤੇਰੇ ਥੜੇ ਦੀ ਕੰਧ ਟੇਢੀ ਹੈ, ਇਹ ਸਾਡੇ ਅਨੁਸਾਰ ਠੀਕ ਨਹੀਂ ਹੈ। ਢਾਏ ਦੇਹੋ ਨੈ ਦੇਰੀ ਕਰੀਜੈ, ਹਮਰੋ ਕਹਿਓ ਨੀਕ ਸੁਣ ਲੀਜੈ। ਇਸ ਕਰਕੇ ਸਾਡਾ ਤੇ ਇਹੀ ਸਲਾਹ ਹੈ ਵੀ ਇਹਨੂੰ ਢਾ ਦਿਓ, ਦੇਰ ਨਾ ਕਰੋ, ਫਟਾਫਟ ਇਹਨੂੰ ਢਾਉਣਾ ਕਰੋ। ਇਸ ਦਿਸ ਸੁਧੀ ਭੀਤ ਚਿਨਵਾਵੋ, ਬਹੁਰ ਵੇਦ ਕਾ ਭਲੇ ਬਨਾਵੋ। ਇਸ ਕਰਕੇ ਦੂਜੀ ਸਾਈਡ ਦੇ ਵਿੱਚ ਸਿੱਧੀ ਕੰਧ ਬਣਾਓ ਤੇ ਦੂਜਾ ਥੜਾ ਨਵਾਂ ਬਣਾਉਣਾ ਕਰੋ। ਸੁਨ ਰਾਮੇ ਮਨ ਭੰਗ ਬਨਿਓ ਹੈ, ਨਿਜ ਮਤ ਆਚੀ ਜਾਨ ਭਲਿਓ ਹੈ। ਇਹ ਸੁਣ ਕੇ ਨਾ ਉਹਦਾ ਮਨ ਟੁੱਟ ਗਿਆ ਵੀ ਮੇਰੇ ਵੱਲੋਂ ਬਣਾਇਆ ਥੜਾ ਖਰਾਬ ਹੈ। ਆਪਣੀ ਮੱਤ ਨੂੰ, ਆਪਣੀ ਮਨ ਦੇ ਉੱਤੇ, ਮੱਤ ਦੇ ਉੱਤੇ ਮਾਣ ਕਰਕੇ ਬੋਲਣ ਲੱਗਾ ਹੈ। ਜਿਮ ਤੁਮ ਕਹੋ ਤਥਾ ਬਨਵਾਈ, ਉਹ ਕਾਰਨ ਭਾਰਿ ਦੇ ਨਾ ਪਾਈ। ਕਹਿੰਦਾ ਮਹਾਰਾਜ ਜਿਵੇਂ ਤੁਸੀਂ ਆਖਿਆ ਬਣਾਇਆ ਤੇ ਉਵੇਂ ਹੀ ਹੈ, ਪਤਾ ਨਹੀਂ ਕੀ ਗੱਲ ਹੈ, ਤੁਹਾਨੂੰ ਹੀ ਨਹੀਂ ਚੰਗਾ ਲੱਗਿਆ। ਮੈਂ ਤੇ ਉਵੇਂ ਹੀ ਬਣਾਇਆ ਜਿਵੇਂ ਤੁਸੀਂ ਕਿਹਾ। ਸਾਧ ਸੰਗਤ, ਜਦੋਂ ਮਨੁੱਖ ਨੂੰ ਆਪਣੀ ਮੱਤ ਦੇ ਉੱਤੇ ਉਹਦਾ ਹੰਕਾਰ ਵੱਧ ਜਾਂਦਾ ਹੈ, ਜਿਵੇਂ ਜਿਵੇਂ ਹੰਕਾਰ ਵਧੀ ਜਾਏਗਾ, ਉਹਦੇ ਸਾਹਮਣੇ ਗੁਰੂ ਦੇ ਬਚਨ ਵੀ ਛੋਟੇ ਹੋ ਜਾਂਦੇ ਨੇ, ਉਹਦੇ ਸਾਹਮਣੇ ਰੱਬ ਵੀ ਛੋਟਾ ਹੋ ਜਾਂਦਾ ਹੈ। ਹੰਕਾਰ ਦੀ ਕਾਰਨ ਹੀ, ਹੰਕਾਰ ਦਾ ਪ੍ਰਵਿਰਤੀ ਐਸੀ ਹੈ। ਹੰਕਾਰ ਜਦੋਂ ਮਨੁੱਖ ਦਾ, ਹੰਕਾਰ ਸਭ ਦੇ ਵਿੱਚ ਹੀ ਹੁੰਦਾ ਹੈ ਪਰ ਸੀਮਾ ਵਿੱਚ ਹੁੰਦਾ ਹੈ। ਜਿਵੇਂ ਰੋਗ ਹਰੇਕ ਸਰੀਰ ਦੇ ਵਿੱਚ ਹੀ ਨੇ, ਸੀਮਾ ਵਿੱਚ ਨੇ। ਜਦੋਂ ਸੀਮਾ ਤੋਂ ਵੱਧਦੇ ਨੇ ਸਾਨੂੰ ਪਤਾ ਲੱਗ ਜਾਂਦਾ ਹੈ, ਮਨੁੱਖ ਮੰਜੇ ਤੇ ਪੈ ਜਾਂਦਾ ਹੈ। ਇਸ ਕਰਕੇ ਬਿਰਤੀ ਜਦੋਂ ਹੰਕਾਰੀ ਬਣ ਜਾਂਦੀ ਹੈ, ਉਹਦੇ ਸਾਹਮਣੇ ਪਰਮਾਤਮਾ ਵੀ ਛੋਟਾ ਹੋ ਜਾਂਦਾ ਹੈ। ਇਹਦਾ ਉਦਾਹਰਣ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹਰਨਾਕਸ਼ ਇੱਕ ਐਸਾ ਮਨੁੱਖ ਹੋਇਆ, ਜਦੋਂ ਉਹਨੇ ਬੰਦਗੀ ਕੀਤੀ, ਬੰਦਗੀ ਕਰਨ ਤੋਂ ਬਾਅਦ ਏਡਾ ਹੰਕਾਰੀ ਬਣ ਗਿਆ ਆਪਣੀ ਤਾਕਤ ਦਾ, ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕੋਈ ਪਰਮਾਤਮਾ ਨਹੀਂ ਹੈ, ਤੁਸੀਂ ਮੇਰੀ ਬੰਦਗੀ ਕਰੋ। ਤੁਸੀਂ ਕਹੋ ਜਲੇ ਹਰਨਾਕਸ਼, ਥਲੇ ਹਰਨਾਕਸ਼। ਏਡਾ ਹੰਕਾਰ, ਜਦੋਂ ਹੰਕਾਰ ਦੀ ਡਿਗਰੀ ਵੱਧ ਗਈ, ਸੀਮਾ ਵੱਧ ਜਾਂਦੀ ਹੈ। ਔਰ ਹੰਕਾਰ ਇੱਕਦਮ ਨਹੀਂ ਵੱਧਦਾ, ਹੌਲੀ ਹੌਲੀ ਵੱਧਦਾ ਹੈ। ਜ਼ਿੰਦਗੀ ਵਿੱਚ ਕੋਈ ਵੀ ਚੀਜ਼ ਵੱਧਦੀ ਹੈ, ਬੰਦਗੀ ਦਾ ਫਲ ਮਿਲਿਆ, ਹੌਲੀ ਹੌਲੀ ਮਿਲਿਆ। ਈਵਨ ਕਿ ਸਾਨੂੰ ਇਹ ਜ਼ਿੰਦਗੀ ਵੀ ਮਿਲੀ ਹੈ ਨਾ, ਇੱਕੋ ਦਮ ਨਹੀਂ ਮਿਲੀ, ਹੌਲੀ ਹੌਲੀ ਮਿਲੀ ਹੈ। ਕਿੰਨੇ ਪੜਾਵਾਂ ਦੇ ਵਿੱਚੋਂ ਗੁਜ਼ਰੀ ਹੈ ਜ਼ਿੰਦਗੀ, ਫਿਰ ਜਾ ਕੇ ਅੱਜ ਸਰੀਰ ਮਿਲਿਆ। ਇਹਨੂੰ ਮਿਲੇ ਨੂੰ ਤੇ 50 ਸਾਲ ਹੋਏ ਨੇ, ਪਰ ਇਹਦੇ ਪਿੱਛੇ ਜਿੰਨੀ ਮਿਹਨਤ ਲੱਗੀ ਹੈ ਉਹਨੂੰ ਕਰੋੜਾਂ ਸਾਲ ਲੱਗੇ ਨੇ। ਜਿਹਦਾ ਸਰੀਰ 30-40 ਸਾਲ ਦਾ ਹੋ ਗਿਆ, ਆਪਣੀ ਮਿਹਨਤ 30-40 ਸਾਲ ਦੀ ਨਾ ਸਮਝੇ। ਇਸ ਸਰੀਰ ਨੂੰ ਪ੍ਰਾਪਤ ਕਰਨ ਲਈ ਕਰੋੜਾਂ ਸਾਲ ਲੱਗੇ ਨੇ, ਤਾਂ ਜਾ ਕੇ ਇਹ 30-40 ਸਾਲ ਦੀ ਜ਼ਿੰਦਗੀ ਮਿਲੀ ਹੈ। ਕਦੇ ਕੀੜੇ ਬਣਿਆ, ਮਕੌੜੇ ਬਣਿਆ, ਕਿੰਨੇ, ਕਦੇ ਸੱਪਾਂ ਦੀ ਜੋਨ ਵਿੱਚ ਗਿਆ, ਕਦੇ ਹਿਰਨਾਂ ਦੀ ਗਿਆ, ਕਦੇ ਪੰਛੀਆਂ ਦੇ ਗਿਆ, ਤਾਂ ਜਾ ਕੇ ਇਹ ਸਰੀਰ ਪ੍ਰਾਪਤ ਹੋਇਆ ਹੈ। ਇਸ ਕਰਕੇ ਸਾਧ ਸੰਗਤ, ਜਦੋਂ ਹੰਕਾਰ ਦੀ ਸੀਮਾ ਵੱਧਦੀ ਹੈ, ਹਰਨਾਕਸ਼ ਵਰਗਿਆਂ ਨੇ ਜਲੇ ਹਰੀ ਥਲੇ ਹਰੀ ਦੀ ਥਾਂ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹਿਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਆਪਣੀ ਮੱਤ ਦਾ ਜਦੋਂ ਮਾਣ ਮਨੁੱਖ ਨੂੰ ਵੱਧਦਾ ਹੈ, ਉਹਦੇ ਵਾਸਤੇ ਪਰਿਵਾਰ ਛੋਟਾ ਹੋ ਜਾਂਦਾ ਹੈ, ਉਹਦੇ ਵਾਸਤੇ ਸਮਾਜ ਛੋਟਾ ਹੋ ਜਾਂਦਾ ਹੈ, ਘਰ ਵਾਲੇ ਛੋਟੇ ਹੋ ਜਾਂਦੇ ਨੇ। ਜੋ ਮਨੁੱਖ 4 ਅੱਖਰ ਪੜ੍ਹ ਜਾਂਦਾ ਹੈ, ਉਹ ਆਪਣੇ ਪਿਤਾ ਨੂੰ ਵੀ ਕਹਿੰਦਾ ਤੁਹਾਨੂੰ ਨਹੀਂ ਪਤਾ, ਮੈਨੂੰ ਪਤਾ ਹੈ। ਜਿਹਨੇ ਪਾਲਿਆ, ਜਿਹਨੇ ਸਭ ਕੁਝ ਕੀਤਾ, ਉਹਨੂੰ ਗੱਲਾਂ ਕਰ ਲੈਂਦਾ ਹੈ। ਔਰ ਇਕੱਲੇ ਪਿਤਾ ਨੂੰ ਨਹੀਂ ਕਰਦਾ, ਇਹ ਪ੍ਰਮਾਤਮਾ ਨੂੰ ਵੀ ਗੱਲਾਂ ਕਰ ਲੈਂਦਾ ਹੈ।
ਬਾਣੀ ਨੇ ਤਾਂ ਹੀ ਕਿਹਾ ਜੋ ਪਰਮਾਤਮਾ ਕਰ ਰਿਹਾ ਤੂੰ ਸਿਰਫ ਉਹਨੂੰ ਮੰਨ, ਹੰਕਾਰ ਨਾ ਕਰ। ਤੇਰੀ ਬੁੱਧੀ ਨਾਲ ਕੋਈ ਠੀਕ ਹੋਣ ਵਾਲਾ ਨਹੀਂ। ਮਨੁੱਖ ਵੈਸੇ ਸਾਰਾ ਦਿਨ ਪਤਾ ਕੀ ਜ਼ੋਰ ਲਗਾ ਰਿਹਾ, ਹਰੇਕ ਮਨੁੱਖ ਇਸ ਜ਼ੋਰ ਤੇ ਲੱਗਿਆ ਹੋਇਆ ਹੈ, ਮੈਂ ਆਪਣੀ ਬੁੱਧੀ ਦੇ ਨਾਲ ਆਪਣੀ ਐਸੀ ਦੁਨੀਆ ਬਣਾ ਲਵਾਂਗਾ ਵੀ ਸਾਰਾ ਕੁਝ ਮੇਰੇ ਅਨੁਸਾਰ ਹੀ ਚੱਲੇਗਾ। ਸਾਰਾ ਦਿਨ ਮਨੁੱਖ ਇਸ ਕੰਮ ਤੇ ਲੱਗਿਆ ਹੋਇਆ ਹੈ। ਜੋ ਕੁਝ ਵੀ ਇਹ ਕਰ ਰਿਹਾ ਹੈ ਕਾਹਦੇ ਵਾਸਤੇ ਕਰ ਰਿਹਾ ਹੈ? ਵੀ ਸਭ ਕੁਝ ਮੇਰੇ ਅਨੁਸਾਰ ਚੱਲੇ, ਤਾਂ ਕਰ ਰਿਹਾ ਹੈ। ਪਰ ਬਾਣੀ ਕਹਿੰਦੀ ਐਸਾ ਹੋਣਾ ਨਹੀਂ ਹੈ। ਤੂੰ ਆਪਣੀ ਜ਼ਿੰਦਗੀ ਵਿੱਚ ਸਾਰੀ ਉਮਰ ਸੁੱਖਾਂ ਦੇ ਯਤਨ ਕਰੀ ਜਾ, ਦੁੱਖ ਫਿਰ ਵੀ ਆ ਜਾਂਦੇ ਨੇ। ਸਾਰੀ ਜ਼ਿੰਦਗੀ ਆਪਣੇ ਮੱਤ ਦੇ ਜ਼ੋਰ ਦੇ ਨਾਲ ਸਰੀਰ ਨੂੰ ਸੰਭਾਲ ਕੇ ਰੱਖੀ ਜਾਓ, ਮੌਤ ਫਿਰ ਵੀ ਆ ਜਾਣੀ ਹੈ। ਇਹਦੀ ਸੰਭਾਲ ਜਿੰਨੀ ਮਰਜ਼ੀ ਹੋ ਜਾਏ, ਮੌਤ ਕਿਹੜਾ ਨਹੀਂ ਆਏਗੀ, ਫਿਰ ਵੀ ਆਏਗੀ। ਪਰ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਯਤਨ ਸੁੱਖਾਂ ਦੇ ਕਰਦਾ ਹੈ, ਦੁੱਖ ਫਿਰ ਵੀ ਆ ਜਾਂਦੇ ਨੇ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਦਾ ਯਤਨ ਕੌਣ ਕਰਦਾ ਦੁਨੀਆ 'ਚ? ਕੋਈ ਵੀ ਨਹੀਂ ਕਰਦਾ, ਫਿਰ ਵੀ ਆ ਜਾਂਦੇ ਨੇ। ਕਾਰਨ ਇਹ ਹੈ ਮਨੁੱਖ ਕੁਛ ਸੋਚ ਰਿਹਾ, ਪਰਮਾਤਮਾ ਕੁਛ ਸੋਚ ਰਿਹਾ। ਹੋਣਾ ਉਹਦੇ ਅਨੁਸਾਰ ਹੈ ਨਾ। ਮੈਂ ਕਈ ਵਾਰੀ ਬੇਨਤੀ ਕੀਤੀ ਹੈ, ਜੇ ਦੁਨੀਆ ਤੇ ਸਭ ਕੁਛ ਮਨੁੱਖ ਦੇ ਅਨੁਸਾਰ ਹੋਣ ਲੱਗ ਜਾਏ ਨਾ, ਇਹ ਦੁਨੀਆ ਇੱਕ ਸੈਕਿੰਡ ਨਹੀਂ ਚੱਲ ਸਕੇਗੀ। ਜੋ ਕੁਝ ਮਨੁੱਖ ਨੇ ਆਪਣੇ ਮਨ 'ਚ ਸੋਚਿਆ ਹੋਇਆ ਨਾ, ਜਿੰਨਿਆਂ ਨੇ ਵੀ, ਜੇ ਕਿਤੇ ਪਰਮਾਤਮਾ ਉਹਦੇ ਅਨੁਸਾਰ ਸਾਰਾ ਕੁਝ ਕਰ ਦੇਵੇ, ਇੱਕ ਸੈਕਿੰਡ ਇਹ ਦੁਨੀਆ ਨਹੀਂ ਚੱਲੇਗੀ। ਜੇ ਲੰਮੇ ਤੌਰ ਤੇ ਵੇਖੀਏ ਤੇ ਖਤਮ ਹੀ ਹੋ ਜਾਏਗੀ। ਇਸ ਕਰਕੇ ਮਨੁੱਖ ਦਾ ਭਾਈ ਰਾਮਾ ਜੀ ਨੂੰ ਆਪਣੀ ਮੱਤ ਤੇ ਥੋੜਾ ਜਿਹਾ ਮਾਣ ਹੈ। ਔਰ ਸਾਧ ਸੰਗਤ, ਜਿਹੜਾ ਸੰਸਾਰੀ ਮਨੁੱਖ ਹੁੰਦਾ ਹੈ ਨਾ, ਮਾਇਆ ਦੇ ਵਿਵਹਾਰ ਵਿੱਚ ਲੱਗਿਆ ਹੋਇਆ, ਜਿਹਦਾ ਪਰਮੇਸ਼ਰ ਦੇ ਦੁਆਰੇ ਨਹੀਂ ਆਉਂਦਾ, ਕਦੇ ਬੰਦਗੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਗੁਰਬਾਣੀ ਨਹੀਂ ਪੜ੍ਹੀ, ਉਹਦੀ ਜ਼ਿੰਦਗੀ ਵਿੱਚ ਇੱਕ ਚੀਜ਼ ਤੁਹਾਨੂੰ ਵੇਖਣ ਵਿੱਚ ਮਿਲੇਗੀ। ਜਿਉਂ-ਜਿਉਂ ਮਨੁੱਖ ਮਾਇਆ ਦੇ ਵਿੱਚ ਲਿਪਤ ਹੁੰਦਾ ਜਾਏਗਾ ਨਾ, ਉਹਦੇ ਵਾਸਤੇ ਦੁਨੀਆ ਛੋਟੀ ਹੁੰਦੀ ਜਾਏਗੀ, ਆਪਣਾ ਆਪ ਵੱਡਾ ਹੁੰਦਾ ਜਾਏਗਾ। ਸੱਚਾਈ ਹੈ ਇਹ। ਜਿਉਂ-ਜਿਉਂ ਮਨੁੱਖ, ਜਿਸ ਦਿਨ ਦਾ ਮਨੁੱਖ ਦੀ ਜੇਬ ਵਿੱਚ ਪੈਸਾ ਆਉਣ ਲੱਗਿਆ ਨਾ, ਉਸ ਦਿਨ ਹੀ ਮਾਂ-ਬਾਪ ਛੋਟੇ ਹੋ ਗਏ ਸੀ। ਜਿਸ ਦਿਨ ਆਪਣੀ ਜੇਬ 'ਚ ਪੈਸਾ ਆਇਆ, ਉਸ ਦਿਨ ਮਾਂ-ਬਾਪ ਉਸ ਦਿਨ ਛੋਟੇ, ਉਸ ਦਿਨ ਕਹਿਣ ਲੱਗ ਜਾਣਾ ਤੁਹਾਨੂੰ ਨਹੀਂ ਪਤਾ, ਮੈਂ ਕਮਾ ਲਿਆ, ਥੋੜਾ ਜਿਹਾ ਤੇ ਆ ਗਿਆ। ਉਸ ਦਿਨ ਉਹ ਤੋਂ ਵੱਡਾ ਕਮਾਏਗਾ, ਫਿਰ ਬਰਾਦਰੀ ਛੋਟੀ ਹੋ ਜਾਂਦੀ ਹੈ। ਉਹ ਤੋਂ ਵੱਡਾ ਜੇਬ ਵਿੱਚ ਮਾਇਆ ਆ ਗਈ, ਫਿਰ ਪਿੰਡ ਹੀ ਛੋਟਾ ਹੋ ਜਾਂਦਾ ਹੈ। ਇਸ ਕਰਕੇ ਮਾਇਆ ਦੇ ਵਿਵਹਾਰ ਵਿੱਚ ਲੱਗੇ ਹੋਏ ਮਨੁੱਖ ਵਾਸਤੇ ਹੌਲੀ ਹੌਲੀ ਸਾਰੀ ਦੁਨੀਆ ਹੀ ਛੋਟੀ ਹੋ ਜਾਂਦੀ ਹੈ। ਰੱਬ ਦੀ ਦਰਗਾਹ ਦੇ ਵਿੱਚ ਬੰਦਗੀ ਕਰਨ ਵਾਲੇ ਲਈ ਹੌਲੀ ਹੌਲੀ ਪਰਮਾਤਮਾ ਵੱਡਾ ਹੁੰਦਾ ਜਾਂਦਾ ਹੈ, ਆਪ ਉਹਦਾ ਛੋਟਾ ਬਣਦਾ ਜਾਂਦਾ। ਇਹ ਫਰਕ ਹੈ ਬਸ, ਇੱਕ ਸੰਸਾਰੀ ਵਿੱਚ ਤੇ ਇੱਕ ਭਗਤ ਵਿੱਚ। ਤਾਂ ਹੀ ਤੇ ਕਿਹਾ ਭਗਤਾਂ ਕੀ ਚਾਲ ਨਿਰਾਲੀ। ਨਿਰਾਲੀ ਕਿਉਂ? ਉਹ ਆਪਣੇ ਆਪ ਨੂੰ ਕੁਝ ਮੰਨਦੇ ਹੀ ਨਹੀਂ। ਸੰਸਾਰੀ ਮਨੁੱਖ ਸਾਰਾ ਕੁਝ ਹੀ ਆਪਣੇ ਆਪ ਨੂੰ ਮੰਨਦਾ ਹੈ। ਭਗਤ ਇਹ ਸੋਚਦਾ ਹੈ ਜੋ ਕੁਝ ਪਰਮਾਤਮਾ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ, ਮੇਰੀ ਏਡੀ ਬੁੱਧੀ ਨਹੀਂ, ਮੈਂ ਆਪਣੀ ਬੁੱਧੀ ਦੇ ਨਾਲ ਦੁਨੀਆ ਸੈੱਟ ਕਰ ਸਕਾਂ, ਐਸਾ ਨਹੀਂ ਹੈ। ਪਰ ਸੰਸਾਰੀ ਮਨੁੱਖ ਕਹਿੰਦਾ ਮੇਰੇ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ, ਉਹ ਐਵੇਂ ਕਹਿੰਦਾ ਹੈ, ਤਾਂ ਹੀ ਉਹ ਦੁਖੀ ਹੈ। ਉਹਦੇ ਦੁੱਖ ਦਾ ਕਾਰਨ ਵੀ ਇਹ ਹੈ, ਉਹ ਕਹਿੰਦਾ ਮੇਰੇ ਤੋਂ ਬਾਹਰ ਕੁਝ ਨਹੀਂ, ਭਗਤ ਕਹਿੰਦਾ ਮੇਰੇ ਵੱਸ ਵਿੱਚ ਕੁਝ ਨਹੀਂ। ਬਸ ਇੰਨੀ ਗੱਲ ਹੈ। ਬੰਦਗੀ ਕਰਨ ਵਾਲਾ ਕਹਿੰਦਾ ਹੈ ਮੇਰੇ ਵੱਸ ਵਿੱਚ ਕੁਝ ਨਹੀਂ, ਤੇ ਸੰਸਾਰੀ ਕਹਿੰਦਾ ਮੇਰੇ ਤੋਂ ਬਾਹਰ ਕੁਝ ਨਹੀਂ। ਭਗਤ ਕਹਿੰਦਾ ਪ੍ਰਭ ਡੋਰੀ ਹਾਥ ਤੁਮਾਰੇ, ਸੰਸਾਰੀ ਕਹਿੰਦਾ ਸਭ ਕੁਝ ਕਰਨ ਵਾਲਾ ਹੀ ਮੈਂ ਹਾਂ। ਇਸ ਕਰਕੇ ਜਿਨ੍ਹਾਂ ਨੂੰ ਮੱਤ ਦਾ ਹੰਕਾਰ ਵੱਧ ਜਾਂਦਾ ਹੈ, ਉਹ ਫਿਰ ਗੁਰੂ ਨੂੰ ਵੀ ਗੱਲ ਕਰ ਲੈਂਦੇ ਨੇ, ਉਹ ਪਰਮਾਤਮਾ ਨੂੰ ਵੀ ਗੱਲ ਕਰ ਲੈਂਦੇ ਨੇ। ਉਹਨਾਂ ਵਾਸਤੇ ਪਰਮਾਤਮਾ ਵੀ ਛੋਟਾ ਬਣ ਜਾਂਦਾ ਹੈ। ਭਗਤ ਭਾਈ ਰਾਮਾ ਜੀ ਥੋੜਾ ਜਿਹਾ ਮੱਤ ਦਾ ਹੰਕਾਰ ਆਇਆ, ਕਹਿੰਦੇ ਮਹਾਰਾਜ ਬਣਾਇਆ ਤੇ ਉਵੇਂ ਹੀ ਹੈ ਜਿਵੇਂ ਤੁਸੀਂ ਮੈਨੂੰ ਕਿਹਾ ਸੀ। ਸੁੰਦਰ ਬਣੀ ਬੈਠਦੇ ਲਾਇਕ, ਸਮੁਖ ਪਰੇ ਦਿਸ ਦਰਸੈ ਜੈ ਪਾਇਕ। ਮਹਾਰਾਜ ਵੇਖੋ ਤੇ ਸਹੀ ਇੱਕ ਵਾਰੀ, ਇੱਥੇ ਤੁਸੀਂ ਬੈਠੇ ਬੜੇ ਸੋਹਣੇ ਲੱਗੋਗੇ। ਜਿੰਨੇ ਵੀ ਸਿੱਖ ਆਇਆ ਕਰਨਗੇ ਤੁਹਾਡੇ ਦਰਸ਼ਨ ਕਰਨਗੇ। ਮੇਰੋ ਦੋਸ ਨਾ ਯਾ ਮਹਿ ਕੋਈ, ਆਪ ਕਹੀ ਜਿਮ ਤਥਾ ਸੋ ਹੋਈ। ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ, ਇਹ ਤੇ ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਬਣਾਇਆ ਹੈ। ਇਹ ਜੇ ਗਲਤੀ ਹੋਈ ਹੈ ਤੁਹਾਡੇ ਕਰਕੇ ਹੋਈ ਹੈ। ਭਾਈ ਰਾਮਾ ਕਹਿੰਦਾ ਗੁਰੂ ਅਮਰਦਾਸ ਜੀ ਨੂੰ, ਇਹਦੇ ਵਿੱਚ ਮੇਰੀ ਕੋਈ ਵੀ ਗਲਤੀ ਨਹੀਂ ਹੈ। ਕੀਨ ਜਤਨ ਮੈਂ ਭਲੇ ਸੁਧਾਰੀ,
ਜਿਮ ਰਾਵਰ ਨੇ ਰੀਤ ਉਚਾਰੀ। ਮਹਾਰਾਜ ਵੇਖੋ ਕਿੱਡਾ ਫਿਰ ਵਚਨ ਕਹਿੰਦਾ ਹੈ, ਮੈਂ ਤੇ ਆਪਣੇ ਵੱਲੋਂ ਬੜਾ ਸੁਧਾਰ ਕੇ ਬਣਾਇਆ ਹੈ, ਬੜੇ ਯਤਨ ਕਰਕੇ ਬਣਾਇਆ ਹੈ। ਇਹ ਥੜਾ ਜਿਵੇਂ ਤੁਸੀਂ ਕਿਹਾ ਹੁਣ ਇਹ ਦੋਸ਼ ਇਹ ਦੇਣਾ ਚਾਹੁੰਦਾ ਵੀ ਮੇਰਾ ਗਲਤੀ ਨਹੀਂ ਹੈ, ਇਹ ਗਲਤੀ ਗੁਰੂ ਅਮਰਦਾਸ ਜੀ ਦੀ ਹੈ, ਮੇਰੇ ਵੱਲੋਂ ਤੇ ਇਹ ਠੀਕ ਬਣਿਆ ਹੋਇਆ ਹੈ। ਇਮ ਰਾਮਾ ਕਹਿ ਰਹਿਓ ਕਨੇਰਾ, ਸ੍ਰੀ ਗੁਰ ਟਹਿਵਾਈ ਤਿਸ ਬੇਰਾ। ਰਾਮਾ ਤੇ ਕਹਿੰਦਾ ਰਿਹਾ ਪਰ ਗੁਰੂ ਜੀ ਕਹਿੰਦੇ ਨਹੀਂ ਬਈ ਇਹਨੂੰ ਢਾਹ ਦੇ, ਇਹ ਸਾਡੇ ਅਨੁਕੂਲ ਨਹੀਂ ਹੈ, ਅਸੀਂ ਇਹਦੇ ਉੱਤੇ ਨਹੀਂ ਬੈਠਾਂਗੇ। ਨਿਜ ਕਰ ਛਰੀ ਲਕੀਰ ਨਿਕਾਰੀ, ਕਹਿਓ ਕਰੋ ਇਸ ਰੀਤ ਸੁਧਾਰੀ। ਮਹਾਰਾਜ ਨੇ ਫਿਰ ਛੜੀ ਪੜੀ ਹੋਈ ਸੀ ਹੱਥ 'ਚ, ਉਹਦੇ ਨਾਲ ਲਕੀਰ ਖਿੱਚ ਕੇ ਕਿਹਾ ਭਾਈ ਹੁਣ ਇਸ ਨੂੰ ਫਿਰ ਐਸਾ ਬਣਾਉਣਾ ਕਰੋ। ਤੈ ਤੇ ਚੱਲ ਦੂਸਰ ਦਿਸ ਗਏ, ਰਾਮਦਾਸ ਡਿਗ ਠਾਂਡੇ ਭਏ। ਉੱਥੋਂ ਚੱਲ ਪਏ ਜਿੱਥੇ ਭਾਈ ਰਾਮਾ ਜੀ ਖੜੇ ਨੇ ਨਾ, ਕਿਉਂਕਿ ਉਹਨਾਂ ਨੇ ਸ਼ਾਮ ਦੇ ਬਹਿਣ ਵਾਸਤੇ ਥੜਾ ਬਣਾਉਣਾ ਹੈ। ਦੂਜੀ ਸਾਈਡ 'ਚ ਗੁਰੂ ਰਾਮਦਾਸ ਜੀ ਨੇ, ਭਾਈ ਜੇਠਾ ਜੀ ਨਾਮ ਸੀ ਉਹਨਾਂ ਦਾ, ਮਹਾਰਾਜ ਜਾ ਕੇ ਉਹਨਾਂ ਕੋਲ ਖੜੇ ਹੋ ਗਏ ਹਨ। ਪਦ ਅਰਬਿੰਦ ਬੰਦਨਾ ਕਰਕੇ, ਖਰੋ ਰਹੋ ਨਿਜ ਗਰੀਵਨ ਹਰਕੈ। ਉਹ ਮਹਾਰਾਜ ਜੀ ਜਦੋਂ ਗਏ, ਵੇਖੋ ਜਿਨ੍ਹਾਂ ਨੂੰ ਗੁਰੂ ਨਾਲ ਪ੍ਰੇਮ, ਹੱਥ ਜੋੜ ਕੇ ਸੀਸ ਨੀਵਾਂ ਕੀਤਾ ਹੋਇਆ ਹੈ, ਹੱਥ ਜੋੜ ਕੇ ਖੜੇ ਹੋਏ ਹਨ। ਸ੍ਰੀ ਗੁਰ ਅਮਰ ਪਿਖ ਕਹਿਓ, ਹਮਰੋ ਆਸਿਓ ਤੇ ਨਹਿ ਲਹਿਓ। ਗੁਰੂ ਅਮਰਦਾਸ ਜੀ ਉਹਨਾਂ ਨੂੰ ਵੀ ਕਹਿੰਦੇ ਨੇ ਵੀ ਸਾਡੇ ਅਨੁਸਾਰ ਨਹੀਂ ਹੈ, ਇਹ ਵੀ ਸਾਡੇ ਅਨੁਸਾਰ ਤੁਸੀਂ ਵੀ ਥੜਾ ਗਲਤ ਬਣਾਇਆ ਹੈ। ਜਥਾ ਬਤਾਈ ਤਥਾ ਨ ਕਰੀ, ਬ੍ਰਕ ਭੀਤ ਰਚ ਕੀਨਸ ਥਰੀ। ਇਸ ਕਰਕੇ ਜਿਵੇਂ ਅਸੀਂ ਕਿਹਾ ਉਵੇਂ ਤੇ ਥੜਾ ਨਹੀਂ ਬਣਿਆ, ਇਹ ਤੇ ਤੂੰ ਆਪਣੇ ਹਿਸਾਬ ਨਾਲ ਬਣਾ ਦਿੱਤਾ ਹੈ, ਇਹ ਸਾਡੇ ਬੈਠਣ ਦੇ ਯੋਗ ਨਹੀਂ ਹੈ। ਭਈ ਨ ਬੈਠਣ ਉਚਿਤ ਹਮਾਰੇ, ਇਸ ਕਾਰਨ ਤੇ ਕਰੋ ਵਿਦਾਰੇ। ਮਹਾਰਾਜ ਭਾਈ ਜੇਠਾ ਜੀ ਨੂੰ ਵੀ ਕਹਿੰਦੇ ਨੇ ਵੀ ਸਾਡੇ ਬੈਠਣ ਲਈ ਇਹ ਚੰਗਾ ਨਹੀਂ ਹੈ, ਅਸੀਂ ਤੁਹਾਨੂੰ ਬਚਨ ਕਰਦੇ ਹਾਂ ਇਹਨੂੰ ਹੁਣੇ ਹੀ ਢਾਹ ਦੇਵੋ। ਗੁਰ ਤੇ ਸੁਣ ਸੰਕਟ ਮਨ ਹੋਇ ਕੈ, ਤਾਤ ਕਾਲ ਨਿਜ ਹਾਥ ਗਿਰੈ ਕੈ। ਉਹਨਾਂ ਨੇ ਜਦੋਂ ਗੁਰੂ ਸਾਹਿਬ ਤੋਂ ਇਹ ਸੁਣਿਆ, ਮਨ ਵਿੱਚ ਥੋੜਾ ਡਰ ਵੀ ਲੱਗਿਆ ਵੀ ਮੈਂ ਗੁਰੂ ਦੇ ਅਨੁਸਾਰ ਨਹੀਂ ਬਣਾਇਆ। ਨਾਲੋਂ ਨਾਲ ਜਦੋਂ ਡਰ ਲੱਗਿਆ ਹੈ ਤਾਂ ਜਿਹੜਾ ਥੜਾ ਆਪ ਬਣਾਇਆ ਹੈ ਆਪੇ ਆਪ ਹੀ ਢਾਹ ਦਿੱਤਾ ਹੈ। ਨਮਰ ਹੋਏ ਬੂਝੀ ਬਿਰਧ ਫੇਰੀ, ਬਖਸ਼ੋ ਅਬੈ ਅਵਾਗਿਆ ਮੇਰੀ। ਨਾਲੇ ਹੱਥ ਜੋੜ ਕੇ ਦੀਨ ਹੋ ਕੇ ਕਿਹਾ ਮਹਾਰਾਜ ਐਤਕੀ ਮੇਰੇ ਤੋਂ ਗਲਤੀ ਹੋ ਗਈ, ਕਿਰਪਾ ਕਰੋ ਮੈਨੂੰ ਬਖਸ਼ ਦਿਓ, ਕਿਉਂਕਿ ਮਹਾਰਾਜ ਗੁਰ ਕੀ ਕਰਨੀ ਕਾਹੇ ਤਾਵ ਹੋ, ਜੋ ਗੁਰ ਕਹੈ ਸੋਈ ਭਲ ਮਾਨੋ। ਜੇ ਗੁਰੂ ਕਹਿੰਦਾ ਇਹ ਠੀਕ ਨਹੀਂ ਤੇ ਠੀਕ ਨਹੀਂ ਹੈ, ਇਹ ਗੁਰੂ ਰਾਮਦਾਸ ਜੀ ਨੂੰ ਪਤਾ ਹੈ। ਮੈਂ ਮਤਹੀਨ ਸਕਿਓ ਨਹਿ ਜਾਨ, ਬਹੁਰ ਬਤਾਵੋ ਕਿਰਪਾ ਨਿਧਾਨ। हे ਸਤਿਗੁਰੂ ਜੀ ਮੈਂ ਮਤਹੀਨ ਹਾਂ, ਮੇਰੇ ਅੰਦਰ ਦਿਮਾਗ ਨਹੀਂ ਹੈ, ਮੇਰਾ ਦਿਮਾਗ ਘੱਟ ਕੰਮ ਕਰਦਾ ਹੈ। ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਮੇਰੇ ਤੇ ਕਿਰਪਾ ਕਰੋ, ਮੈਨੂੰ ਦੁਬਾਰਾ ਦੱਸਣਾ ਕਰੋ। ਤਬ ਸਤਿਗੁਰ ਨੇ ਕੀਨ ਲਕੀਰ, ਅਪਰ ਬਤਾਈ ਸਭ ਤਤਬੀਰ। ਮਹਾਰਾਜ ਜੀ ਨੇ ਫੇਰ ਲਕੀਰ ਖਿੱਚੀ ਤੇ ਸਾਰੇ ਦਾ ਸਾਰਾ ਤਰੀਕਾ ਦੱਸ ਦਿੱਤਾ, ਐਵੇਂ ਇਸ ਨੂੰ ਬਣਾਉਣਾ ਹੈ। ਕਰੋ ਚਿਨਾਵਣ ਦੋਨੋਂ ਫੇਰੇ, ਇਮ ਕੈ ਸ੍ਰੀ ਗੁਰ ਗਮਨੇ ਡੇਰੇ। ਐਵੇਂ ਕਹਿ ਕੇ ਮਹਾਰਾਜ ਨੇ ਦੋਵਾਂ ਨੂੰ ਕਹਿ ਦਿੱਤਾ ਭਾਈ ਦੋਵੇਂ ਜਣੇ ਦੁਬਾਰਾ ਬਣਾਓ। ਐਵੇਂ ਕਹਿ ਕੇ ਗੁਰੂ ਜੀ ਰਾਤ ਹੋ ਗਈ ਹੈ, ਸੌਣ ਵਾਸਤੇ ਚਲੇ ਗਏ ਹਨ। ਨਿਸ਼ਾ ਬੀਤੇ ਉੱਠ ਕਰ ਪੁਨਸਾਰ, ਲੱਗੇ ਕਰਾਵਣ ਦੋਨੋਂ ਕਾਰ। ਜਿਵੇਂ ਸਵੇਰ ਹੋਈ ਦੋਵੇਂ ਜਣੇ ਉੱਠ ਪਏ, ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਜਾ ਕੇ ਥੜੇ ਦੀ ਕਾਰ ਕਰਨ ਲੱਗ ਪਏ ਹਨ। ਜਿਮ ਕੀਨਹੁ ਸਤਿਗੁਰ ਪੁਰ ਮਾਵਣ, ਤਿਮ ਸੁਚੇਤ ਹੋਵੈ ਲਾਗ ਬਨਾਵਨ। ਜਿਵੇਂ ਗੁਰੂ ਸਾਹਿਬ ਜੀ ਨੇ ਆਖਿਆ ਸੀ ਉਵੇਂ ਬਣਾਉਣ ਲੱਗ ਪਏ, ਕਿਉਂਕਿ ਸਾਧ ਸੰਗਤ ਜਦੋਂ ਗੁਰੂ ਕਹਿੰਦਾ ਹੁੰਦਾ ਹੈ ਨਾ, ਗੁਰੂ ਕੋਈ ਵੀ ਬਚਨ ਕਹਿੰਦਾ ਹੈ, ਗੁਰੂ ਜਿਹੜੀ ਸਟੇਜ ਤੋਂ ਬੋਲ ਰਿਹਾ ਹੈ, ਜਿਹੜੀ ਅਵਸਥਾ ਤੋਂ ਬੋਲ ਰਿਹਾ ਹੈ, ਉਸ ਅਵਸਥਾ ਤੇ ਸਿੱਖ ਨਹੀਂ ਪਹੁੰਚ ਸਕਦਾ ਹੁੰਦਾ।
ਇਸ ਕਰਕੇ ਸਿੱਖਸ਼ਕ ਦਾ ਤੇ ਇੱਕ ਹੀ ਫਰਜ਼ ਹੈ, ਪਰਮੇਸ਼ਰ ਦੇ ਅੱਗੇ ਵੀ ਗੁਰੂ ਅੱਗੇ ਵੀ ਇੱਕ ਹੀ ਹੱਥ ਜੋੜਨੇ ਵੀ ਮੈਂ ਨਹੀਂ ਜਾਣਦਾ, ਬਸ ਇੰਨੀ ਗੱਲ। ਆਪ ਜੀ ਜਾਣਦੇ ਹੋ ਜਿਸ ਦਿਨ ਇੱਕ ਵਾਰੀ ਕਰਤਾਰਪੁਰ ਸਾਹਿਬ ਦਾ ਦਿਨ, ਕਈ ਇਤਿਹਾਸਕਾਰ ਨਾਨਕ ਮੱਤਾ ਸਾਹਿਬ ਦੀ ਵੀ ਗੱਲ ਦੱਸਦੇ ਨੇ, ਸੰਗਤ ਬੜੀ ਵਿਆਕੁਲ ਹੋਈ। 2 ਦਿਨ ਨਾ ਮੀਂਹ ਚੱਲਦਾ ਰਿਹਾ, ਬਾਰਿਸ਼ ਬਹੁਤ ਜ਼ਿਆਦਾ ਪੈ ਰਹੀ ਹੈ, ਮੀਂਹ ਬਹੁਤ ਜ਼ਿਆਦਾ ਪਿਆ, ਇੰਨਾ ਮੀਂਹ ਪਿਆ ਵੀ ਚੁੱਲ੍ਹੇ ਬਾਲਣ ਦਾ ਵੀ ਟਾਈਮ ਨਾ ਲੱਗਿਆ, ਰੋਟੀ ਵੀ ਨਾ ਪਕਾਈ ਗਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਸੰਗਤ ਭੁੱਖੀ ਹੈ, ਇਹਨਾਂ ਦੇ ਖਾਣ ਪੀਣ ਦਾ ਬੰਦੋਬਸਤ ਕੀਤਾ ਜਾਏ। ਕਹਿੰਦੇ ਕੀ ਕਰੀਏ? ਮਹਾਰਾਜ ਕਹਿੰਦੇ ਨੇ ਬਾਹਰ ਜਿਹੜਾ ਆਪਣੇ ਵਿਹੜੇ ਵਿੱਚ ਕੀਕਰ ਖੜਾ ਹੈ, ਬਾਹਰ ਉੱਥੇ ਚੜੋ, ਉਹਨੂੰ ਜਾ ਕੇ ਹਿਲਾਓ ਤੋਂ ਮਠਾਈਆਂ ਡਿੱਗਣਗੀਆਂ। ਹੁਣ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਇਹ ਕੈਸੀ ਰੀਤ ਹੈ? ਕਦੇ ਦਰਖਤਾਂ ਤੋਂ ਮਠਾਈਆਂ ਡਿੱਗੀਆਂ ਨੇ? ਜੀ ਹੁਣ ਆਪਣੀ ਮੱਤ ਦੇ ਅਨੁਸਾਰ ਸੋਚ ਰਹੇ ਨੇ ਨਾ, ਗੁਰੂ ਕਿਹੜੀ ਮੱਤ ਤੋਂ ਵੇਖ ਰਹੇ ਇਹ ਨਹੀਂ। ਕਦੇ ਡਿੱਗੀਆਂ ਨੇ ਦਰਖਤਾਂ ਤੋਂ ਮਠਾਈਆਂ? ਹੁਣ ਸਾਡੀ ਸਮਝ ਵਿੱਚ ਵੀ ਨਹੀਂ ਆਏਗੀ। ਸਾਨੂੰ ਵੀ ਜੇ ਗੁਰੂ ਨਾਨਕ ਕਹਿੰਦੇ ਅਸੀਂ ਵੀ ਨਹੀਂ ਸੀ ਚੜ੍ਹਨਾ ਸਾਧ ਸੰਗਤ। ਇਕੱਲੀ ਉਹਨਾਂ ਦੀ ਗੱਲ ਨਹੀਂ ਹੈ, ਸ਼ਰਧਾ ਉਨੀ ਕੀ ਹੈ ਹਰੇਕ ਮਨੁੱਖ ਦੀ। ਇਹ ਤੇ ਗੁਰੂ ਦੀ ਕਹੀ ਹੋਈ ਰੀਤ ਨੂੰ, ਗੁਰੂ ਦੀ ਕਹੀ ਹੋਈ ਤੇ ਕਟਾਖ ਉਹ ਮਨੁੱਖ ਨਹੀਂ ਲਾਉਂਦਾ ਜਿਹੜਾ ਪ੍ਰੇਮ ਵਿੱਚ ਬਿਲਕੁਲ ਹੀ ਭਿੱਜ ਗਿਆ, ਜਿਹਨੇ ਆਪਣੀ ਮੱਤ ਗਵਾਈ ਦਿੱਤੀ, ਆਪਣੀ ਮੱਤ ਤੇ ਕੋਲ ਰੱਖੀ ਨਹੀਂ, ਇੱਕ ਹੀ ਗੱਲ ਕਹੀ ਵੀ ਜੋ ਗੁਰੂ ਕਹਿੰਦਾ ਉਹ ਠੀਕ ਹੈ ਬਸ। ਇਸ ਕਰਕੇ ਗੁਰੂ ਦੇ ਦੁਆਰੇ ਵੀ ਆਇਆ, ਜਿਹੜੇ ਬਚਨ ਸੁਣੇ ਬਸ ਮੰਨ ਲਏ, ਬਾਣੀ ਪੜ੍ਹੀ, ਜਪਜੀ ਸਾਹਿਬ ਪੜ੍ਹਿਆ, ਜੋ ਗੁਰੂ ਨਾਨਕ ਨੇ ਕਿਹਾ ਬਸ ਇਹੀ ਮੇਰੀ ਜ਼ਿੰਦਗੀ, ਇਹ ਤੋਂ ਬਾਹਰ ਜ਼ਿੰਦਗੀ ਨਹੀਂ ਹੈ। ਇਹਨੂੰ ਕਹਿੰਦੇ ਨੇ ਇਹ ਸਿੱਖਸ਼ਕ ਹੈ। ਜਿਹੜਾ ਵਿਦਿਆਰਥੀ ਤੇ ਸਿੱਖਸ਼ਕ ਹੁੰਦਾ ਹੈ ਨਾ, ਦੋਵਾਂ ਵਿੱਚ ਬੜਾ ਫਰਕ ਹੁੰਦਾ ਹੈ। ਜਿਹੜਾ ਵਿਦਿਆਰਥੀ ਹੈ ਨਾ ਸਕੂਲੇ ਜਾਂਦਾ ਹੈ, ਉਹ ਤੇ ਗਿਆਨ ਪੜ੍ਹਨ ਜਾਂਦਾ ਹੈ। ਸਿੱਖਸ਼ਕ ਆਪਣਾ ਆਪ ਮਿਟਾਉਣ ਆਉਂਦਾ ਹੈ ਗੁਰੂ ਦੇ ਅੱਗੇ। ਆਪਾਂ ਵਿਦਿਆਰਥੀ ਨਹੀਂ ਹਾਂ, ਸਿੱਖਸ਼ਕ ਹਾਂ, ਸ਼ਿਸ਼ਯ ਹਾਂ ਅਸੀਂ। ਵਿਦਿਆਰਥੀ ਗਿਆਨ ਪੜ੍ਹਨ ਵਾਲੇ ਤੇ ਬਹੁਤ ਦੁਨੀਆ ਕੋਲ ਗਿਆਨ ਹੈ, ਪਰ ਗਿਆਨ ਨਾਲ ਭਲਾ ਨਹੀਂ ਹੈ। ਇਹ ਗੱਲ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਲਖਮੀ ਦਾਸ ਜੀ ਨੂੰ, ਉਹ ਵੀ ਨਾ ਮੰਨੇ। ਕੌਣ ਮੰਨੇ? ਭਾਈ ਲਹਿਣਾ ਜੀ ਨੇ ਉੱਥੇ, ਗੁਰੂ ਅੰਗਦ ਦੇਵ ਜੀ। ਉਹਨੂੰ ਕਹਿੰਦੇ ਨੇ ਪੁਰਖਾ ਲੈਣਿਆ ਬੇਟਾ, ਐਵੇਂ ਕਰ, ਤੂੰ ਆ ਦਰਖਤ ਦੇ ਉੱਤੇ ਚੜ, ਉੱਤੇ ਜਾ ਕੇ ਇਹਨੂੰ ਹਿਲਾ, ਇਹ ਤੋਂ ਮਠਾਈਆਂ ਡਿੱਗਣਗੀਆਂ, ਸੰਗਤ ਨੂੰ ਛਕਾਉਣੀਆਂ ਨੇ। ਭਾਈ ਲਹਿਣਾ ਜੀ ਇਹ ਨਹੀਂ ਪੁੱਛਦੇ ਚੜਾਂ ਕਿ ਨਾ ਚੜਾਂ, ਬਸ ਇੰਨਾ ਕਿਹਾ ਨਾਲੋਂ ਨਾਲ ਚੜਨ ਲੱਗ ਪਏ। ਨਾਲ ਹੀ ਬਾਬੇ ਸ਼੍ਰੀ ਚੰਦ ਨੇ ਬਾਂਹ ਫੜ ਲਈ। ਕਹਿੰਦੇ ਲੈਣਿਆ ਪਿਤਾ ਤੇ ਬਜ਼ੁਰਗ ਹੋ ਗਿਆ, ਤੂੰ ਤੇ ਸਿਆਣਾ, ਆਪਣੀ ਮੱਤ ਦਾ ਪ੍ਰਯੋਗ ਕਰ ਥੋੜਾ ਜਿਹਾ। ਗੁਰੂ ਦੇ ਸਾਹਮਣੇ ਮੱਤ ਦਾ ਵੈਸੇ ਪ੍ਰਯੋਗ ਹੁੰਦਾ ਨਹੀਂ, ਮੱਤ ਸੁੱਟਣੀ ਹੁੰਦੀ ਹੈ। ਤੂੰ ਤੇ ਆਪਣੀ ਮੱਤ ਥੋੜੀ ਜਿਹੀ ਰੱਖ। ਗੁਰੂ ਸਾਹਿਬ ਦਾ ਸਰੀਰ ਬਜ਼ੁਰਗ ਹੈ, ਤੇਰਾ ਤੇ ਦਿਮਾਗ, ਤੂੰ ਜਵਾਨ ਹੈ। ਭਾਈ ਲਹਿਣਾ ਜੀ ਜਿਹੜਾ ਜਵਾਬ ਦਿੰਦੇ ਨੇ ਨਾ, ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ। ਕਹਿੰਦੇ ਬਾਬਾ ਜੀ ਮੈਨੂੰ ਨਹੀਂ ਪਤਾ ਦਰਖਤਾਂ ਤੇ ਫੁੱਲ ਲੱਗਦੇ ਨੇ ਕਿ ਫਲ ਲੱਗਦੇ ਨੇ, ਪਰ ਮੇਰਾ ਗੁਰੂ ਕਹਿ ਰਿਹਾ ਹੈ ਇਹਦੇ ਤੋਂ ਕੁਝ ਵੀ ਡਿੱਗ ਸਕਦਾ। ਜੇ ਮੇਰਾ ਗੁਰੂ ਕਹੇਗਾ ਤਾਂ ਸੋਨਾ ਡਿੱਗੇ, ਸੋਨਾ ਵੀ ਡਿੱਗ ਸਕਦਾ ਹੈ। ਮੈਨੂੰ ਨਹੀਂ ਪਤਾ ਡਿੱਗੇਗਾ ਕਿ ਨਹੀਂ ਡਿੱਗੇਗਾ, ਇਹ ਵੀ ਮੈਨੂੰ ਨਹੀਂ ਪਤਾ, ਪਰ ਮੇਰੇ ਗੁਰੂ ਨੇ ਕਿਹਾ ਮੈਂ ਚੜ੍ਹ ਕੇ ਆਪਣੇ ਗੁਰੂ ਦਾ ਹੁਕਮ ਵਜਾਉਣਾ, ਡਿੱਗੇ ਭਾਵੇਂ ਨਾ ਡਿੱਗੇ, ਉਹ ਅਗਲੀ ਗੱਲ ਹੈ। ਮੈਂ ਆਪਣੇ ਗੁਰੂ ਦਾ ਹੁਕਮ ਵਜਾਉਣਾ ਹੈ, ਜੋ ਗੁਰੂ ਕਹੇ ਸੋਈ ਭਲ ਮਾਨੋ। ਚੜ੍ਹ ਕੇ ਇੱਕਦਮ ਉੱਤੇ ਜਾ ਕੇ ਲਾਇਆ, ਇਤਿਹਾਸ ਦੱਸਦੇ ਮਠਾਈਆਂ ਡਿੱਗੀਆਂ। ਡੇਗ ਸਕਦਾ ਹੈ ਗੁਰੂ, ਉਹ ਤਾਂ ਹੀ ਤੇ ਗੁਰੂ ਹੈ, ਸਰਬ ਕਲਾ ਭਰਪੂਰਨ ਹੈ। ਗਿਆਨ ਤੇ ਸਾਧ ਸੰਗਤ ਫਿਲੋਸਫੀਆਂ ਤੇ ਯੂਨਾਨ ਦੇ ਵਿੱਚ ਸੁਕਰਾਤ ਨੇ ਬਹੁਤ ਦਿੱਤੀਆਂ, ਸਾਈਕੋਲੋਜੀ ਤੇ ਸਿਗਮੰਡ ਫਰਾਇਡ ਨੇ ਬੜੀ ਦਿੱਤੀ ਇੰਗਲੈਂਡ ਦੇ ਵਿੱਚ। ਜੇ ਦਰਸ਼ਨ ਸ਼ਾਸਤਰ ਦੀ ਗੱਲ ਕਰੀਏ, ਲਾਓਤਸੇ ਨੇ ਬਹੁਤ ਕੁਝ ਦਿੱਤਾ ਹੈ। ਫਿਲੋਸਫਰਾਂ ਦੀ ਕਮੀ ਨਹੀਂ ਹੈ ਦੁਨੀਆ ਤੇ, ਗਿਆਨੀ ਗੁਰੂ ਹੁੰਦਾ ਹੈ ਤੇ ਗੁਰੂ ਦੇ ਵਸ ਵਿੱਚ ਸਭ ਕੁਝ ਹੀ ਹੁੰਦਾ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਬੈਠੇ ਹਾਂ, ਇੱਥੇ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਸਿਮਰੇ ਹੈ, ਘਰ 9 ਨਿਧ ਆਵੇ ਧਾਏ। ਹੁਣ ਆਪਾਂ ਇੱਥੇ ਕੋਈ ਸ਼ੰਕਾ ਕਰੇ ਵੀ ਗੁਰੂ ਤੇਗ ਬਹਾਦਰ ਨੂੰ ਧਿਆਉਣ ਨਾਲ 9 ਨਿਧੀਆਂ ਕਿਵੇਂ? ਸੋਨਾ ਖਜ਼ਾਨੇ 9 ਨਿਧੀਆਂ ਹੁੰਦੀਆਂ ਨੇ, ਹੀਰੇ ਮੋਤੀ ਸੋਨਾ ਚਾਂਦੀ। ਇਹ ਨਿਧੀ ਦਾ ਮਤਲਬ ਖਜ਼ਾਨਾ, ਇਹ ਖਜ਼ਾਨੇ ਦੇ ਰੂਪ ਨੇ ਸਾਰੇ 9। ਜੇ ਉਹਨਾਂ ਨੂੰ ਕੋਈ ਉਹਨਾਂ ਨੂੰ ਯਾਦ ਕਰੇ, ਉਹ 9 ਨਿਧੀਆਂ ਉਹਨੂੰ ਬਖਸ਼ ਦਿੰਦੇ ਨੇ। ਔਰ 9 ਨਿਧ ਆਵੇ ਧਾਏ, ਧਾਏ ਦਾ ਮਤਲਬ ਹੁੰਦਾ ਭੱਜ ਕੇ ਵੜਨਾ, ਇੱਕਦਮ ਭੱਜ ਕੇ। ਹੁਣ ਜੇ ਕੋਈ ਸ਼ੰਕਾ ਕਰੇ ਨਹੀਂ ਪੈਸਾ ਤੇ ਆਪਣੀ ਮਿਹਨਤ ਨਾਲ ਕਮਾਇਆ ਜਾਂਦਾ, ਗੁਰੂ ਕਿਵੇਂ ਦੇ ਦੇਗਾ? ਜੇ ਕੋਈ ਆਪਣੇ ਬੁੱਧੀ ਤੇ ਤੁਰਨ ਵਾਲਾ ਮਨੁੱਖ ਪਤਾ ਕੀ ਕਹੇਗਾ? ਨਹੀਂ, ਝੂਠ ਲਿਖਦੇ ਨੇ।
ਪੈਸਾ ਤੇ ਆਪਣੀ ਬੁੱਧੀ ਨਾਲ ਕਮਾਇਆ ਜਾਂਦਾ ਹੈ, ਗੁਰੂ ਕਿਵੇਂ ਦੇ ਦੇਗਾ? ਗੁਰੂ ਕੋਲ ਕੀ ਐਸਾ ਨਹੀਂ। ਗੁਰੂ ਦੇ ਆਸ਼ੀਰਵਾਦ ਵਿੱਚ ਹੀ ਬਹੁਤ ਕੁਛ ਹੈ, ਗੁਰੂ ਦੀ ਵੇਖਣੀ ਵਿੱਚ ਹੀ ਬੜਾ ਕੁਛ ਹੈ, ਗੁਰੂ ਦੇ ਬਚਨਾਂ ਵਿੱਚ ਬੜਾ ਕੁਛ ਹੈ। ਗੱਲ ਸਿਰਫ ਮੰਨਣ ਵਾਲੇ ਦੀ ਹੈ। ਜਿਹਨੇ ਮੰਨ ਲਿਆ ਉਹਨੇ ਪਾ ਲਿਆ, ਜਿਹਨੇ ਨਹੀਂ ਮੰਨਿਆ ਉਹ ਅੱਧਾ ਹੈ, ਅੱਧਾ ਇੱਧਰ ਨੂੰ ਚੱਲ ਰਿਹਾ, ਸੋਚਦਾ ਦੁਨੀਆ ਵੱਲ ਵੀ ਚਲਾ ਜਾਵਾਂ, ਰੱਬ ਵੱਲ ਵੀ ਆ ਜਾ। ਉਹ ਅੱਧ ਪੱਕੇ ਮਨੁੱਖ ਨੇ। ਇੱਥੇ ਭਾਈ ਰਾਮਾ ਜੀ, ਗੁਰੂ ਰਾਮਦਾਸ ਜੀ ਦੋਵਾਂ ਨੂੰ ਕਹਿ ਦਿੱਤਾ ਹੈ, ਭਾਈ ਜਿਹੜੇ ਥੜੇ ਨੇ ਤੁਸੀਂ ਦੁਬਾਰਾ ਬਣਾਉਣੇ ਕਰੋ। ਭਲੀ ਰੀਤ ਸੋ ਜੁਗਲ ਸੁਧਾਰੀ, ਪੰਕ ਈਟ ਕਾ ਸੁੰਦਰ ਸਾਰੀ। ਹੁਣ ਦੋਵਾਂ ਜਣਿਆਂ ਨੇ ਬੜੇ ਸੁੰਦਰ ਤਰੀਕੇ ਨਾਲ, ਕਿਉਂ ਇੱਕ ਵਾਰੀ ਢਾਉਣਾ ਪੈ ਗਿਆ, ਇੱਟਾਂ ਲਾਈਆਂ ਬੜਾ। ਹੁਣ ਐਤਕੀ ਤੇ ਪੂਰਾ ਜ਼ੋਰ ਲਾਉਣਗੇ, ਇੱਕ ਵਾਰੀ ਢਾਣਾ ਪੈ ਜਾਏ ਦੂਜੀ ਵਾਰੀ ਮਨੁੱਖ ਸੋਚਦਾ ਵੀ ਐਤਕੀ ਵਧੀਆ ਬਣਾਓ। ਇੱਟਾਂ ਬੜੀਆਂ ਸੋਹਣੀਆਂ ਲਾਈਆਂ ਨੇ, ਚਿਣ ਕੇ ਲਾਈਆਂ, ਗਾਰਾ ਵੀ ਬੜਾ ਸੋਹਣੇ ਤਰੀਕੇ ਨਾਲ ਲਾਇਆ ਹੈ। ਸ੍ਰੀ ਗੁਰ ਜਾਨਿਓ ਸਾਈਂ ਕਾਲ, ਚੱਲੇ ਬਾਵਲੀ ਦਿਸਾ ਕਿਰਪਾਲ। ਜਦੋਂ ਸ਼ਾਮ ਹੋ ਗਈ, ਸਵੇਰੇ ਗੁਰੂ ਜੀ ਆਉਂਦੇ ਸਨ, ਸ਼ਾਮ ਹੋ ਗਈ, ਮਹਾਰਾਜ ਸੋਚਦੇ ਨੇ ਚਲੋ ਸ਼ਾਮ ਹੋ ਗਈ ਹੈ, ਜਾਂਦਿਆਂ ਗੇੜਾ ਮਾਰ ਲਈਏ। ਦੋਵਾਂ ਨੇ ਥੜੇ ਬਣਾ ਲਏ ਹੋਣਗੇ। ਪ੍ਰਿਥਮ ਜਹਾਂ ਰਾਮੇ ਨੇ ਕਰੀ, ਆਨ ਬਿਲੋਕਨ ਕੀਨਸ ਥਰੀ। ਪਹਿਲਾਂ ਭਾਈ ਰਾਮੇ ਜੀ ਦੇ ਕੋਲ ਚਲੇ ਗਏ। ਉਹ ਜਾ ਕੇ ਵੇਖਦੇ ਨੇ ਜਿੱਥੇ ਉਹਨਾਂ ਨੇ ਸੁੰਦਰ ਥੜਾ ਬਣਾਇਆ ਹੋਇਆ ਹੈ। ਕਹਿਓ ਤਾਹੇ ਇਹ ਕਰੀ ਨਾ ਆਛੀ, ਤਥਾ ਬਣੀ ਨਾ ਜਤਾ ਹਮ ਬਾਂਛੀ। ਜਾ ਕੇ ਕਹਿੰਦੇ ਨੇ ਵੀ ਇਹ ਤੂੰ ਚੰਗਾ ਨਹੀਂ ਕੀਤਾ, ਐਸਾ ਅਸੀਂ ਕਿਹਾ ਸੀ ਬਣਾਉਣ ਵਾਸਤੇ, ਐਸਾ ਨਹੀਂ ਸੀ ਅਸੀਂ ਕਿਹਾ, ਇਹ ਬਿਲਕੁਲ ਹੀ ਗਲਤ ਬਣਿਆ ਹੈ। ਕਰੋ ਬੇਦਾਰਨ ਫੇਰ ਬਣਾਵੋ, ਬਿਨ ਮਤ ਤੇ ਸ਼ਰਮ ਬਾਦ ਕਰਾਵੋ। ਨਾਲੇ ਮਹਾਰਾਜ ਕਹਿੰਦੇ ਨਾਲੇ ਤੈਨੂੰ ਢਾ ਦਿਓ, ਤੇ ਬੇਅਕਲੇ ਹੋ ਕੇ ਤੁਸੀਂ ਥੜੇ ਬਣਾ ਰਹੇ ਹੋ। ਵੇਖੋ ਇੰਨੇ ਸ਼ਬਦ ਵੀ ਨਾਲ, ਸਾਧ ਸੰਗਤ ਇੰਨੇ ਸ਼ਬਦ ਸਹਿਣੇ ਸੌਖੇ ਨਹੀਂ ਹੈ। ਗੁਰੂ ਦੀ ਮਹਾਰਾਜ ਦੀ ਬਾਣੀ ਦੇ ਵਿੱਚ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕਿਆ ਨਾ ਕੋਈ। ਰਾਮ ਤੇ ਗੁਰੂ ਵਿੱਚ ਫਰਕ ਨਹੀਂ। ਗੁਰੂ ਜਦੋਂ ਕਸੌਟੀ ਪਾਉਂਦਾ ਹੈ, ਕੋਈ ਟਿਕਦਾ, ਸਾਧ ਸੰਗਤ ਸਾਰੇ ਹੀ ਭੱਜ ਜਾਂਦੇ ਹਨ। ਗੁਰੂ ਨਾਨਕ ਸਾਹਿਬ ਨੇ ਜਦੋਂ ਕਸਵੱਟੀ ਪਾਈ ਤੇ ਇਕੱਲੇ ਗੁਰੂ ਅੰਗਦ ਸਾਹਿਬ ਜੀ ਤੇ ਬਾਬਾ ਬੁੱਢਾ ਜੀ ਟਿਕੇ ਸਨ, ਸਾਰੀ ਹੋਈ ਜਨਤਾ ਭੱਜ ਗਈ ਸੀ। ਇਹ ਤੇ ਜਿਸ ਦਿਨ ਕਸੌਟੀ ਗੁਰੂ ਪਾਉਂਦਾ ਉਸ ਦਿਨ ਟਿਕਦਾ ਕੋਈ। ਅਨੁਕੂਲ ਪਰਿਸਥਿਤੀਆਂ ਵਿੱਚ ਸਾਰਾ ਕੁਝ ਹੀ ਠੀਕ ਰਹਿੰਦਾ ਹੈ। ਪਤਾ ਉਦੋਂ ਲੱਗਦਾ ਜਿਸ ਦਿਨ ਸਥਿਤੀ ਪ੍ਰਤੀਕੂਲ ਹੋ ਜਾਂਦੀ ਹੈ। ਜਦੋਂ ਤੁਸੀਂ ਸੁਖਾਵਾਂ ਹੈ ਸਾਰਾ ਕੁਝ, ਸਾਰੀ ਦੁਨੀਆ ਆਪਣੀ ਹੈ, ਪਤਾ ਤੇ ਉਦੋਂ ਲੱਗਦਾ। ਅਣਸੁਖਾਵਾਂ ਹੋ ਜਾਏ, ਅਣਸੁਖਾਵੀਆਂ ਘਟਨਾ ਵਾਪਰਨ, ਪਤਾ ਤੇ ਉਦੋਂ ਦੁਨੀਆ ਦਾ ਵੀ ਉਦੋਂ ਲੱਗਦਾ ਹੈ। ਗੁਰੂ ਦੇ ਸਿੱਖ ਦੀ ਸਿਦਕ ਦਾ ਵੀ ਉਦੋਂ ਪਤਾ ਲੱਗਦਾ ਹੈ। ਹੁਣ ਆਮ ਤੌਰ ਤੇ ਕਹਿ ਦੇਣਾ ਵੀ ਕਿਸੇ ਦੇ ਘਰ ਜਾ ਕੇ ਕਹਿਣਾ ਕੋਈ ਨਹੀਂ, ਕਿਸੇ ਦੇ ਘਰ ਡੈਥ ਹੋ ਜਾਏ ਕਹਿਣਾ ਠੀਕ ਹੈ, ਕੋਈ ਨਹੀਂ ਪਰਮੇਸ਼ਰ ਦਾ ਭਾਣਾ ਹੈ। ਪਤਾ ਉਦੋਂ ਲੱਗੇਗਾ ਜਿਸ ਦਿਨ ਆਪਣੇ ਘਰ ਐਸੀ ਗੱਲ ਬਣ ਜਾਏ ਵੀ ਮੈਂ ਭਾਣਾ ਕਿੰਨਾ ਮੰਨ ਰਿਹਾ। ਦੂਜੇ ਨੂੰ ਕਹਿਣਾ ਬਹੁਤ ਸੌਖਾ ਹੈ, ਬੜਾ ਆਸਾਨ ਹੈ ਦੂਜੇ ਨੂੰ ਸੌਖਾ, ਆਪ ਕਰਨਾ ਬੜਾ ਔਖਾ ਹੈ।